ਸ਼ੂਗਰ ਦਾ ਇੱਕ ਕੁਦਰਤੀ ਇਲਾਜ ਉਹ ਮਿਲਿਆ ਵਾ ਜਦੋਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਤੇ ਹਰ ਮਰਜ਼ ਦੇ ਲਾ ਤਾਦਾਦ ਦਾ ਇਲਾਜ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਆ। ਲੇਕਿਨ ਇੱਕ ਅੱਜ ਐਸਾ ਇਲਾਜ ਮਿਲਿਆ ਵਾ ਜਿਹੜੇ ਬੰਦੇ ਨੇ ਕੀਤਾ ਸਾਡੇ ਕੋਲ ਹੁਣੇ ਹੀ ਮੌਜੂਦ ਆ ਤੇ ਉਹਦੀ ਜ਼ਬਾਨੀ ਹੀ ਤੁਹਾਨੂੰ ਦੱਸਦੇ ਆ ਕਿ ਸ਼ੂਗਰ ਚੂੰਕਿ ਇੱਕ ਅਜ਼ੀਅਤ ਵਾਲੀ ਮਰਜ਼ ਆ, ਇੱਕ ਜਾਨਲੇਵਾ ਮਰਜ਼ ਆ, ਇੱਕ ਪਰੇਸ਼ਾਨੀ ਵਾਲੀ ਮਰਜ਼ ਆ। 90% ਲੋਕਾਂ ਨੂੰ ਪਾਕਿਸਤਾਨ ਦੇ ਵਿੱਚ ਔਰ ਤਕਰੀਬਨ ਲਾ ਜਾ ਤੇ 90% ਇਹਦੀ ਰੇਸ਼ੋ ਵੀ ਹੋ ਗਈ ਆ ਪਾਕਿਸਤਾਨ ਦੇ ਵਿੱਚ। ਅੱਛਾ, ਜਿਹੜਾ ਬੰਦਾ ਨਹੀਂ ਚੈੱਕ ਕਰਾਉਂਦਾ ਉਹ ਹੀ ਬਚਿਆ, ਜਿਹੜਾ ਕਰਾਉਂਦਾ ਉਹਨੂੰ ਕਿਤੇ ਨਾ ਕਿਤੇ ਸ਼ੋਭੇ ਚ ਨਿਕਲ ਆਉਂਦੀ ਹੈ, ਕਿਸੇ ਨੂੰ ਬਲੱਡ ਸ਼ੂਗਰ ਨਿਕਲ ਆਉਂਦੀ, ਕਿਸੇ ਨੂੰ ਯੂਰਨ ਸ਼ੂਗਰ ਨਿਕਲ ਆਉਂਦੀ ਆ ਔਰ ਇਹਦੀ ਰੇਸ਼ੋ ਬੜੀ ਵੱਧ ਰਹੀ ਆ। ਤੇ ਆਓ ਹਾਂ ਜ਼ਰਾ ਸਾਡੇ ਦੋਸਤ ਸਾਡੇ ਵੀਰ ਜਨਾਬ ਚੌਧਰੀ ਕੈਸਰ ਅਬਾਸ ਕਾਕੜ, ਇਹਨਾਂ ਨੂੰ ਪਿਛਲੇ ਦਿਨ ਕੋਈ ਸ਼ੂਗਰ ਦਾ ਆਰਜ਼ਾ ਹੋ ਗਿਆ ਸੀ ਤੇ ਇਹਨਾਂ ਨੂੰ ਜਨਾਬ ਇੱਕ ਕੁਦਰਤੀ ਇਲਾਜ ਮਿਲਿਆ। ਇਹਨਾਂ ਦੀ ਜ਼ਬਾਨੀ ਹੀ ਪੁੱਛਦੇ ਆ ਵੀ ਉਹ ਕਿਹੜਾ ਇਲਾਜ ਆ ਤੇ ਉਹਦਾ ਕੀ ਆ, ਉਹਦੀ ਅਫਾਦੀਅਤ ਕੀ ਆ। ਹਾਂਜੀ ਚੌਧਰੀ ਕੈਸਰ ਸਾਹਿਬ, अस्सलाम वालेकुम। ਵਾਲੇਕੁਮ ਅਸਲਾਮ ਜੀ। ਅੱਛਾ ਜੀ, ਬਦਕਿਸਮਤੀ ਦੇ ਨਾਲ ਪਿਛਲੇ ਦਿਨਾਂ ਤੁਹਾਨੂੰ ਕੋਈ ਸ਼ੂਗਰ ਦਾ ਆਰਜ਼ਾ ਹੋ ਗਿਆ ਤੇ ਤੁਸੀਂ ਜਨਾਬ ਉਹ ਗੋਲੀਆਂ ਅੰਗਰੇਜ਼ੀ ਖਾ ਕੇ ਤੇ ਬਹੁਤ ਸਾਰਾ ਵਕਤ ਗੁਜ਼ਾਰਿਆ ਲੇਕਿਨ ਕੋਈ ਵੀ ਮਾਮਲਾ ਠੀਕ ਨਹੀਂ ਸੀ ਹੋ ਰਿਹਾ। ਜੀ ਜੀ ਬਿਲਕੁਲ। ਕੋਈ ਕੁਦਰਤੀ ਇਲਾਜ ਦਾ ਪਤਾ ਲੱਗਾ ਕਿ ਤੁਹਾਡੇ ਕੋਲ ਕੁਦਰਤੀ ਇਲਾਜ ਆਇਆ ਵਾ, ਉਹਦੇ ਬਾਰੇ ਜ਼ਰਾ ਸੁਣਨ ਵਾਲਿਆਂ ਨੂੰ ਦੱਸੋ ਹਾਂ, ਕਿਉਂਕਿ ਸ਼ੂਗਰ ਦਾ ਮਰਜ਼ ਬਹੁਤ ਵੱਧ ਰਿਹਾ ਵੀ ਉਹ ਕੀ ਕੁਦਰਤੀ ਇਲਾਜ ਆ ਤੇ ਕੀ ਅਫਾਦੀਅਤ ਆ ਉਹਦੀ। ਬਿਸਮਿल्लाह रहमान रहीम। ਮੇਰੇ ਭਾਈ ਮੈਂ ਨਾ ਪਹਿਲੇ ਸ਼ੂਗਰ ਦਾ ਤਾਂ ਮੈਂ ਜ਼ਿਹਨ ਵਿੱਚ ਨਹੀਂ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਵੀ ਜਿਹੜਾ ਬੰਦਾ ਚੈੱਕ ਕਰਵਾ ਲੈਂਦਾ ਉਹਨੂੰ ਸ਼ੂਗਰ ਨਿਕਲਦੀ ਹੋ ਜਾਂਦੀ ਜੀ ਜੀ। ਤੇ ਮੈਂ ਚੈੱਕ ਹੀ ਨਹੀਂ ਸੀ ਕਰਵਾਈ ਤੇ ਮੇਰੇ ਭਾਈ ਮੈਂ ਚੈੱਕ ਕਰਵਾਈ ਤੇ ਮੇਰੀ ਹੈ ਨਾ 450 ਸ਼ੂਗਰ ਜੀ। ਬੱਲੇ ਬੱਲੇ ਬੱਲੇ, 450 ਬਹੁਤ ਵੱਡਾ ਫਿਗਰ ਹੈ। 450 ਤੇ ਫਿਰ ਮੈਂ 3 ਮਹੀਨੇ ਵਾਲਾ ਜਿਹੜਾ ਹੈ ਵਾ ਕੀ ਉਹਨੂੰ HB1 ਸੀ। HB1 ਸੀ, ਉਹ ਕਰਵਾਇਆ ਜੀ। ਉਹਦੇ ਮੇਰੇ ਕੋਲ ਰਿਪੋਰਟ ਵੀ ਪਈ ਆ। ਹਾਂਜੀ। 11.5 ਜੀ ਜਨਾਬ ਸਾਹਿਬ ਉਹ ਨਿਕਲੀ। 11.5 ਯਾਨੀ ਕਿ 450 450 11% ਉਹ ਮੇਰੇ ਹਾਂ, ਉਹ 450 ਦਿਖਾਇਆ ਤੇ ਉਹ ਡਾਕਟਰ ਨੇ ਕਿਹਾ ਯਾਰ ਤੈਨੂੰ ਕੋਈ ਅਟੈਕ ਨਹੀਂ ਹੋ ਗਿਆ, ਤੂੰ ਜਨਾਬ ਸਾਹਿਬ ਇਹਦਾ ਕੋਈ ਇhtiyat ਹੀ ਨਹੀਂ ਕੀਤੀ ਉਹ ਮੈਂ ਸੁਣ ਕੇ ਤੇ ਮੈਂ ਜਨਾਬ ਸਾਹਿਬ ਇੰਨੀ ਕੁਝ ਦੀ ਟੈਨਸ਼ਨ ਲਈ। ਉਹ ਤੁਸੀਂ ਆਂਦੇ ਸਾਰੇ ਦੋਸਤ ਦੇਖਦੇ ਹੋਵੋਗੇ ਮੇਰੀ ਵਜ਼ਨ ਵੀ ਬੜਾ ਘਟ ਗਿਆ, ਜਿਹੜੀ ਹੈ ਨਾ ਸਿਹਤ ਯਕਦਮ ਡਾਊਨ। ਹਾਂ, ਯਕਦਮ ਡਾਊਨ ਹੋ ਗਈ। ਜਦੋਂ ਨਹੀਂ ਇਹਦੇ ਮਹਿਸੂਸ ਕੀਤਾ ਉਹਨੇ ਨਹੀਂ ਮਹਿਸੂਸ ਕੀਤਾ, ਜਦੋਂ ਮਹਿਸੂਸ ਕਰ ਲਿਆ ਤਾਂ ਜਨਾਬ ਸਾਹਿਬ ਕਮ ਸੇ ਕਮ ਮੇਰਾ 15 kg ਜੀ ਵਜ਼ਨ ਘਟ ਗਿਆ ਜੀ। ਉਸ ਤੋਂ ਬਾਅਦ ਜੀ ਮੈਨੂੰ ਇਲਾਜ ਦੱਸਿਆ, ਡਾਕਟਰ ਸਾਹਿਬ ਨੇ ਵੀ ਦੱਸਿਆ, ਬਾਕੀ ਮੈਂ ਮੈਡੀਸਨ ਵੀ ਇਸਤੇਮਾਲ ਕਰਨ ਲੱਗ ਪਿਆ ਜੀ ਜੀ। ਫਿਰ ਪ੍ਰੋਪਰ ਮੈਂ ਜਨਾਬ ਸਾਹਿਬ ਵਾਕ ਸ਼ੁਰੂ ਕਰ ਦਿੱਤੀ ਆਪਣੀ। ਵਾਕ ਦੇ ਨਾਲ ਫਿਰ ਮੈਨੂੰ ਰੋਟੀ ਤੋਂ ਤੇ ਜਨਾਬ ਸਾਹਿਬ ਆਲੂ ਤੋਂ ਇਸ ਤਰ੍ਹਾਂ ਮਿੱਠੇ ਚੀਜ਼ ਤੋਂ ਮਨਾ ਜਿੰਨਾ ਪਰਹੇਜ਼ ਸੀ ਉਹ ਕਰਨਾ ਸ਼ੁਰੂ ਕਰਤਾ। ਉਹ ਵੀ ਕੀਤਾ, ਫਿਰ ਵੀ ਉਹ ਕੰਟਰੋਲ ਇੰਨੀ ਨਾ ਹੋਈ ਜਿੰਨੀਆਂ ਤੇ ਚਾਹੁੰਦਾ ਸੀਗਾ ਮੈਂ, ਜਿੰਨੀ ਹੋਣੀ ਚਾਹੀਦੀ ਸੀ ਉਨੀ ਨਹੀਂ ਆਦੇ ਹੋਈ ਜੀ ਜੀ। ਫਿਰ ਜੀ ਮੈਨੂੰ ਇੱਕ ਇਸੇ ਤਰ੍ਹਾਂ ਕਿਸੇ ਦੋਸਤ ਨੇ ਦੱਸਿਆ ਵੀ ਨਿੰਮ ਦੇ ਜਿਹੜੇ ਹਨ 3 ਪੱਤੇ ਸਹੀ ਖਾਲੀ ਪੇਟ ਸਵੇਰ ਨੂੰ ਤੁਸੀਂ ਇੱਕ ਤਾਂ ਵਾਕ ਨਹੀਂ ਛੱਡਣੀ, ਵਾਕ ਸਵੇਰ ਕਰਨੀ ਆ, ਨਾਲ ਨਾ 3 ਪੱਤੇ ਤੁਸੀਂ ਸਿਰਫ ਨਿੰਮ ਦੇ ਉਹ ਖਾਣੇ ਆ ਤੇ ਨਾਲ ਕੋਈ ਸੁਹਾਂਜਣਾ ਤੁਹਾਨੂੰ ਮਿਲ ਜਾਵੇ ਨਾ, ਸੁਹਾਂਜਣੇ ਦਾ ਦਰਖਤ ਆਮ ਉਹਦੇ ਕੋਈ 7-8 ਪੱਤੇ ਜਿਹੜੇ ਉਹ ਸਵੇਰ ਨੂੰ ਨਾ ਖਾਲੀ ਪੇਟ ਸਹੀ ਉਹ ਖਾਓ ਤਾਂ 1 ਮਹੀਨਾ ਤੁਸੀਂ ਜਨਾਬ ਸਾਹਿਬ ਉਹ ਚੈੱਕ ਕਰ ਲਿਓ, ਆਪਣੇ ਜਿਸਮ ਦੇ ਵਿੱਚ એનર્ਜੀ ਚੈੱਕ ਕਰ ਲਿਓ ਔਰ ਦੁਬਾਰਾ ਤੁਸੀਂ ਰਿਪੋਰਟ ਚੈੱਕ ਕਰਵਾ ਲਿਓ। ਮੈਂ ਸਾਰੀ ਮੈਡੀਸਨ ਛੱਡ ਦਿੱਤੀ, ਕੋਈ ਗੋਲੀ ਨਹੀਂ ਖਾ ਰਿਹਾ, ਕੋਈ ਚੀਜ਼ ਨਹੀਂ ਇਸਤੇਮਾਲ ਕਰ ਰਿਹਾ, ਸਿਰਫ 3 ਪੱਤੇ ਨਿੰਮ ਦੇ ਤੇ ਬਾਕੀ ਸੁਹਾਂਜਣੇ ਦੇ ਕੋਈ 7 ਪੱਤੇ ਸਹੀ ਹੈ ਨਾਲ ਉਹ ਖਾਣੇ ਜੀ। ਤੇ ਦੁਬਾਰਾ ਚੈੱਕ ਕਰਵਾਇਆ, ਮੇਰਾ 130 120 ਆਂਦੇ ਜਨਾਬ ਸਾਹਿਬ ਮੇਰੀ ਸ਼ੂਗਰ 450 ਤੋਂ 120 ਆ ਗਈ। 120 ਆ ਗਈ ਆ ਬਗੈਰ ਮੈਡੀਸਨ ਤੋਂ, ਬਗੈਰ ਕਿਸੇ ਹੋਰ ਇhtiyat ਕੀਤੇ ਤੋਂ। ਅੱਛਾ, ਹੁਣ ਗੋਲੀ ਕੋਈ ਨਹੀਂ ਖਾ ਰਿਹਾ? ਕੋਈ ਆਂਦੇ ਗੋਲੀ ਨਹੀਂ ਮੈਂ ਖਾ ਰਿਹਾ। ਸੈਰ ਕਰ ਰਹੇ ਆ, ਪਰਹੇਜ਼ ਕਰ ਰਹੇ ਆ, ਪਰਹੇਜ਼ ਕਰ ਰਿਹਾ ਵਾਂ, ਮਿੱਠਾ ਆਂਦੇ ਨਹੀਂ ਜੀ ਖਾਣਾ, ਬਾਕੀ ਸੈਰ ਤੁਸੀਂ ਕਰਨੀ ਤੇ 3 ਪੱਤੇ, ਕੋਈ ਮੈਡੀਸਨ ਨਹੀਂ। ਬਾਕੀ ਵੀ ਜਦੋਂ ਪੁਰਾਣੇ ਦੌਰ ਦੇ ਵਿੱਚ ਹੁਣੀ ਗੱਲਾਂ ਹੋ ਰਹੀਆਂ ਸੀ ਇਹਦੀ ਆਂਦੀ ਜਨਾਬ ਸਾਹਿਬ ਮਸਵਾਕ ਕਰ ਲਵੋ ਨਿੰਮ ਦੇ ਪੱਤੇ ਨਾਲ ਜਨਾਬ ਸਾਹਿਬ, ਨਾ ਤੁਹਾਡੇ ਜਿਸਮ ਤੇ ਫਿੰਸੀ ਨਾ ਕੋਈ ਫੋੜਾ ਨਿਕਲੇਗਾ। ਹਾਂਜੀ ਇਹ ਤਾਂ ਕੁਦਰਤੀ ਐਂਟੀਬਾਇਓਟਿਕ ਆ ਤੇ ਇਹ ਮੇਰੇ ਭਾਈਆਂ ਦੇ ਜਨਾਬ ਸਾਹਿਬ ਸਦਕਾ ਜਾਰੀਆ ਸਮਝ ਕੇ ਅਸੀਂ ਤੇ ਤੁਹਾਨੂੰ ਦੱਸ ਰਹੇ ਹਾਂ। ਲੋ ਜੀ, ਮੇਰੇ ਤੇ ਖੁਦ ਮੈਂ ਤਾਂ ਅਜ਼ਮਾਇਆ ਜੀ। ਲੋ ਜੀ, ਚੌਧਰੀ ਕੈਸਰ ਅਬਾਸ ਜੀ ਨੇ ਦੇਖ ਲਿਓ ਬਤੌਰ ਸਦਕਾ ਜਾਰੀਆ ਸੇਧ ਦੇਵੇਗਾ ਤੁਹਾਨੂੰ ਨੁਸਖਾ ਦੱਸਦਾ। ਤੇ ਉਹੀ ਗੱਲ ਹੋ ਗਈ ਚੌਧਰੀ ਕਯੂਮੋ ਕਿਸੇ ਨੇ ਕਿਹਾ ਸੀ ਵੀ ਕੌੜੀ ਨਿੰਮ ਨੂੰ ਪਤਾਸੇ ਲੱਗ ਗਿਆ ਵਿਹੜੇ ਛੜਿਆਂ ਦੇ। ਮਨ ਉਹ ਸਿਆਣੇ ਕਹਿੰਦੇ ਹੁੰਦੇ ਸੀ ਵੀ ਇਹਦੀ ਕੌੜੀ ਨਿੰਮ ਨੂੰ ਆੜੇ ਪੱਤੇ ਦੇ ਕੋਣੀਆਂ ਲੱਗਦੀਆਂ ਨਾ, ਇਹ ਪਤਾਸੇ ਸਮਝੋ। ਇਹਨਾਂ 'ਚ ਫਾਇਦਾ ਇੰਨਾ ਵਾ, ਬਾਜ਼ਾਰ ਕੌੜੇ ਆ, ਅੰਦਰ ਮਠਾਸ ਆ। ਕਿਉਂਕਿ ਜਿਹੜੀ ਸ਼ੈ ਦਾ ਫਾਇਦਾ ਵਾ ਉਹ ਕੌੜੀ ਵੀ ਹੋਵੇ ਤਾਂ ਉਹਦੇ ਅੰਦਰ ਮਠਾਸ ਲੁਕੀ ਹੋਈ ਆ। ਤੇ ਅਗਰ ਕੋਈ ਮਿੱਠੀ ਸ਼ੈ ਵੀ ਆ, ਅਗਰ ਉਹਦੇ ਅੰਦਰ ਬਿਮਾਰੀ ਲੁਕੀ ਹੋਈ ਆ ਤੇ ਉਹ ਮੌਤ ਆ। ਬਾਜ਼ਾਰ ਸ਼ੈਵਾਂ ਨੂੰ ਨਾ ਵੇਖੋ, ਉਹਦੇ ਜਿਹੜੇ ਅੰਦਰ ਅਫਵਾਦੀਅਤ ਉਹਨਾਂ ਨੂੰ ਵੇਖੋ, ਫਾਇਦੇ ਵੇਖੋ। ਚਲੋ ਜੀ, ਹੋ ਸਕੇ ਤੇ ਇੱਥੇ ਅਮਲ ਕਰਿਆ ਜੇ ਤੇ ਸਾਡੇ ਵਾਸਤੇ ਦੁਆ ਕਰਿਆ ਜੇ। ਜਿਨ੍ਹਾਂ ਨੂੰ ਹੋ ਗਈ ਆ ਅੱਲਾ ਉਹਨਾਂ ਦੀ ਨਰਮ ਰੱਖੇ, ਜਿਨ੍ਹਾਂ ਨੂੰ ਨਹੀਂ ਹੋਈ ਅੱਲਾ ਉਹਨਾਂ ਨੂੰ ਮਹਿਫੂਜ਼ ਰੱਖੇ। ਇਹਦੇ ਨਾਲ ਜੀ ਮੱਖਣ ਜਾਨੋ ਇਜਾਜ਼ਤ ਦਿਓ। ਅਸਲਾਮ ਅਲੈਕੁਮ। ਅੱਲਾ ਹਾਫਿਜ਼।